ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗੁਰਸਿੱਖ ਨੂੰ ਮਿਲਿਆ ਅਜੀਬ ਕਿਸਮ ਦਾ ਲਿਫਾਫਾ। ਜਦੋਂ ਉਸ ਲਿਫਾਫੇ ਨੂੰ ਖੋਲ ਕੇ ਦੇਖਿਆ ਤਾਂ ਸਾਰੇ ਪਿੰਡ ਦੇ ਹੋਸ਼ ਉੱਡ ਗਏ। ਕੀ ਸੀ ਅਜਿਹਾ ਉਸ ਲਿਫਾਫੇ ਦੇ ਵਿੱਚ, ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਵੋਗੇ ਅਤੇ ਫੈਸਲਾ ਤੁਸੀਂ ਹੀ ਕਰਨਾ ਹੈ ਕਿ ਜੋ ਉਸ ਗੁਰਸਿੱਖ ਨੇ ਕੀਤਾ ਕੀ ਉਹ ਚੋਰੀ ਸੀ ਜਾਂ ਫਿਰ ਗੁਰੂ ਦੀ ਕਿਰਪਾ ਸੀ। ਇਹ ਘਟਨਾ ਹੈ ਫਗਵਾੜਾ ਦੇ ਕਰੀਬ ਇੱਕ ਪਿੰਡ ਦੀ, ਜਿੱਥੇ ਆਮ ਪਿੰਡਾਂ ਦੇ ਵਾਂਗ ਹੀ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਕੋਈ ਇਤਿਹਾਸਿਕ ਗੁਰਦੁਆਰਾ ਸਾਹਿਬ ਨਹੀਂ ਹੈ। ਪਿੰਡ ਦੇ ਲੋਕ ਜ਼ਿਆਦਾਤਰ ਬਾਹਰ ਗਏ ਹੋਏ ਨੇ ਤੇ ਪੈਸਾ ਲਗਾ ਕੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਕਾਫੀ ਵਧੀਆ ਤੇ ਸੁੰਦਰ ਬਣਾਈ ਗਈ ਹੈ। ਇੰਨੀ ਵਧੀਆ ਕਿ ਦੇਖਣ ਵਾਲਾ ਦੇਖਦਾ ਹੀ ਰਹਿ ਜਾਂਦਾ ਹੈ। ਲੋਕਾਂ ਦੀ ਸ਼ਰਧਾ ਵੀ ਕਾਫੀ ਇਸ ਸਥਾਨ ਦੇ ਨਾਲ ਹੈ। ਅਖੰਡ ਪਾਠ ਚੱਲਦੇ ਰਹਿੰਦੇ ਨੇ ਪਰ ਕੋਈ ਸੁਣਦਾ ਨਹੀਂ, ਬਸ ਭੋਗ ਵਾਲੇ ਦਿਨ ਹੀ ਇਕੱਠੇ ਹੁੰਦੇ ਨੇ। ਇੱਕ ਗੱਲ ਤਾਂ ਪੱਕੀ ਹੈ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਦਾ ਚੜਾਵਾ ਬਹੁਤ ਜ਼ਿਆਦਾ ਹੈ ਅਤੇ ਹਰ ਇੱਕ ਮਹੀਨੇ ਦੇ ਬਾਅਦ ਗੋਲਕ ਖੁੱਲਦੀ ਹੈ ਤੇ ਕਾਫੀ ਪੈਸਾ ਨਿਕਲਦਾ ਹੈ, ਕਿਉਂਕਿ ਅਖੰਡ ਪਾਠਾਂ ਦੇ ਉੱਤੇ ਕਾਫੀ ਸੰਗਤ ਆਉਂਦੀ ਹੈ ਤੇ ਜ਼ਿਆਦਾਤਰ ਸੰਗਤ NRI ਹੀ ਹੁੰਦੀ ਹੈ। ਇਸੇ ਪਿੰਡ ਦੇ ਵਿੱਚ ਕਰਮ ਸਿੰਘ ਨਾਮ ਦਾ ਇੱਕ ਬੰਦਾ ਹੈ ਜੋ ਕਿ ਕਾਫੀ ਸਮੇਂ ਤੋਂ ਮਾੜੀ ਹਾਲਾਤਾਂ ਦੇ ਵਿੱਚ ਹੈ। ਪਰਿਵਾਰ ਵੱਡਾ ਸੀ ਤੇ 4 ਲੜਕੀਆਂ ਹਨ ਜੋ ਕਿ ਵਿਆਹੁਣ ਜੋਗੀਆਂ ਸੀ। ਕਿਸੇ ਕਾਰਨ ਕਰਕੇ ਉਸ ਨੂੰ ਬਿਜ਼ਨਸ ਦੇ ਵਿੱਚ ਕਾਫੀ ਨੁਕਸਾਨ ਹੋ ਗਿਆ। ਕਿਸੇ ਸਮੇਂ ਦੇ ਵਿੱਚ ਉਸ ਦਾ ਕਾਰੋਬਾਰ ਬਹੁਤ ਵਧੀਆ ਸੀ। ਇਸ ਦੇ ਨਾਲ ਉਹ ਨਾਮਬਾਣੀ ਦੇ ਨਾਲ ਵੀ ਜੁੜਿਆ ਹੋਇਆ ਸੀ। ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਵੀ ਜਾਂਦਾ ਸੀ। ਸਮੇਂ ਦਾ ਰੁਖ ਬਦਲਿਆ ਤਾਂ ਉਹ ਅਸਮਾਨ ਤੋਂ ਜ਼ਮੀਨ ਦੇ ਉੱਤੇ ਡਿੱਗ ਗਿਆ। ਜਿੰਨਾ ਕੁ ਵੀ ਪੈਸਾ ਬਚਿਆ ਸੀ, ਸੋਨਾ ਪਲਾਟ ਆਦਿ ਸਭ ਕੁਝ ਉਸ ਦਾ ਵਿਕ ਗਿਆ। ਇੱਕ ਘਰ ਸੀ ਉਹ ਵੀ ਹੌਲੀ-ਹੌਲੀ ਵਿਕ ਗਿਆ ਤੇ ਉਸ ਦਾ ਬਾਲ-ਬਾਲ ਕਰਜ਼ੇ ਦੇ ਵਿੱਚ ਡੁੱਬ ਗਿਆ। ਹੁਣ ਕਿਰਾਏ ਦੇ ਉੱਤੇ ਰਹਿੰਦਾ ਹੈ ਤੇ ਪਰਿਵਾਰ ਨੂੰ ਦਿਹਾੜੀ ਕਰਕੇ ਚਲਾਉਂਦਾ ਹੈ। ਪਰ ਉਸ ਦੇ ਦਿਹਾੜੀ ਦੀ ਕਮਾਈ ਦੇ ਨਾਲ 4 ਲੜਕੀਆਂ ਦੇ ਵਿਆਹ ਨਹੀਂ ਹੋਣੇ ਸੀ। ਹੁਣ ਕਰਮ ਸਿੰਘ ਅਸਲ ਦੇ ਵਿੱਚ ਬਹੁਤ ਪਰੇਸ਼ਾਨ ਰਹਿਣ ਲੱਗਿਆ। ਹੌਲੀ-ਹੌਲੀ ਕਿਸੇ ਗੰਭੀਰ ਬਿਮਾਰੀ ਨੇ ਉਸ ਦੀ ਪਤਨੀ ਨੂੰ ਵੀ ਆ ਘੇਰਿਆ, ਪਰ ਉਸ ਦੇ ਇਲਾਜ ਬਾਰੇ ਉਹ ਸੋਚ ਤੱਕ ਨਹੀਂ ਸਕਦਾ ਸੀ। ਪਰ ਫਿਰ ਵੀ ਉਹ ਨਹੀਂ ਹਾਰਿਆ। ਉਸਨੇ ਪਿੰਡ ਦੇ ਕਾਫੀ ਲੋਕਾਂ ਦੇ ਕੋਲੋਂ ਮਦਦ ਮੰਗੀ, ਪਰ ਕੋਈ ਵੀ ਉਸ ਦੀ ਮਦਦ ਦੇ ਲਈ ਤਿਆਰ ਨਹੀਂ ਹੋਇਆ। ਅਕਸਰ ਅਜਿਹਾ ਹੁੰਦਾ ਹੈ ਕਿ ਆਪਾਂ ਵਿਆਹਾਂ ਦੇ ਵਿੱਚ ਫਜ਼ੂਲ ਲੱਖਾਂ ਰੁਪਇਆ ਝੂਠੀ ਸ਼ਾਨ ਵਾਸਤੇ ਉਡਾ ਦਿੰਦੇ ਹਾਂ, ਪਰ ਕਿਸੇ ਲੋੜਵੰਦ ਦੀ ਮਦਦ ਨਹੀਂ ਕਰਦੇ, ਕਿਉਂਕਿ ਸਾਨੂੰ ਹਰ ਇੱਕ ਬੰਦਾ ਇੱਕ ਭਿਖਾਰੀ ਦੀ ਤਰ੍ਹਾਂ ਹੀ ਜਾਪਦਾ ਹੈ। ਪਰ ਅਸਲ ਦੇ ਵਿੱਚ ਕਈ ਵਾਰ ਬੰਦਾ ਸੱਚ ਵਿੱਚ ਹੀ ਲੋੜਵੰਦ ਹੁੰਦਾ ਹੈ। ਸੋ ਪਿੰਡ ਦੇ ਕਾਫੀ ਲੋਕਾਂ ਦੇ ਨਾਲ ਗੱਲਬਾਤ ਕੀਤੀ, ਕਈ NRIਆਂ ਦੇ ਨਾਲ ਵੀ ਗੱਲ ਕੀਤੀ, ਪਰ ਕਿਸੇ ਨੇ ਹੱਥ ਨਹੀਂ ਫੜਾਇਆ। ਪਿੰਡ ਦੇ ਵਿੱਚ ਹੀ ਉਸ ਦਾ ਗਵਾਂਢੀ ਜੋ ਕਿ ਇਟਲੀ ਦੇ ਵਿੱਚ ਉਸ ਦਾ ਆਪਣਾ ਕਾਰੋਬਾਰ ਸੀ, ਕੁਝ ਦਿਨਾਂ ਬਾਅਦ ਪਿੰਡ ਆਇਆ। ਸੋ ਉਸ ਨੂੰ ਦੇਖ ਕੇ ਕਰਮ ਸਿੰਘ ਦੀ ਉਮੀਦ ਜਾਗੀ, ਕਿਉਂਕਿ ਇਟਲੀ ਜਾਣ ਤੋਂ ਪਹਿਲਾਂ ਉਸ ਬੰਦੇ ਨੇ ਕਰਮ ਸਿੰਘ ਦੇ ਕੋਲੋਂ ਕਾਫੀ ਪੈਸੇ ਲਏ ਸੀ। ਪਰ ਜਦੋਂ ਉਸ ਦੇ ਕੋਲੋਂ ਪੈਸੇ ਮੰਗੇ ਤਾਂ ਉਸ ਦੇ ਗਵਾਂਢੀ ਨੇ ਵੀ ਉਸ ਨੂੰ ਸਾਫ਼ ਨਾ ਕਰ ਦਿੱਤੀ ਅਤੇ ਕਹਿ ਦਿੱਤਾ ਕਿ ਉਸ ਨੂੰ ਪੈਸੇ ਨਹੀਂ ਦੇ ਸਕਦਾ। ਨਾਰਾਜ਼ ਹੋ ਕੇ ਉਹ ਵਾਪਸ ਘਰ ਆ ਗਿਆ। ਆਖਰ ਅਜਿਹੀ ਹਾਲਤ ਦੇ ਵਿੱਚ ਉਹ ਬੰਦਾ ਮੌਤ ਨੂੰ ਹੀ ਉਡੀਕਦਾ ਹੈ, ਕਿਉਂਕਿ ਪਰੇਸ਼ਾਨੀਆਂ ਬੰਦੇ ਨੂੰ ਜੀਣ ਨਹੀਂ ਦਿੰਦੀਆਂ। ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ਦੇ ਵਿੱਚ ਅਨਾਉਂਸ ਹੁੰਦਾ ਹੈ ਕਿ ਸੁਰਜੀਤ ਸਿੰਘ ਇਟਲੀ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਲਈ 3 ਲੱਖ ਰੁਪਏ ਦੀ ਸੇਵਾ ਕਰਵਾਈ ਹੈ। ਜਦੋਂ ਇਹ ਗੱਲ ਕਰਮ ਸਿੰਘ ਨੇ ਸੁਣੀ ਤਾਂ ਉਸ ਨੂੰ ਬੜਾ ਧੱਕਾ ਲੱਗਿਆ ਕਿ ਮੇਰੀ ਪਤਨੀ ਦੇ ਇਲਾਜ ਦੇ ਲਈ ਉਸ ਦੇ ਕੋਲ 50,000 ਰੁਪਏ ਤੱਕ ਨਹੀਂ ਸੀ, ਪਰ ਗੁਰਦੁਆਰਾ ਸਾਹਿਬ ਪਹਿਲਾਂ ਹੀ ਇੰਨਾ ਸੁੰਦਰ ਬਣਿਆ ਹੋਇਆ ਹੈ। ਉਸ ਦੀ ਇਮਾਰਤ ਦੇ ਲਈ ਉਸ ਨੇ 3 ਲੱਖ ਰੁਪਇਆ ਹੋਰ ਦੇ ਦਿੱਤਾ। ਉਸ ਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ। ਕਰਮ ਸਿੰਘ ਨੇ ਦੱਸਿਆ ਕਿ ਮੈਂ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਕਮੇਟੀ ਦੇ ਅੱਗੇ ਆਪਣੀ ਫਰਿਆਦ ਰੱਖੀ ਕਿ ਉਸ ਦੀ ਮਦਦ ਕੀਤੀ ਜਾਵੇ। ਕਰਮ ਸਿੰਘ ਨੇ ਇਹ ਵੀ ਕਿਹਾ ਕਿ ਉਹ ਆਪਣੀ ਪਤਨੀ ਦੇ ਇਲਾਜ ਦੇ ਲਈ ਪੈਸੇ ਮੰਗ ਰਿਹਾ ਹੈ, ਨਾ ਕਿ ਕਿਸੇ ਦਾ ਕਰਜ਼ਾ ਉਤਾਰਨ ਦੇ ਲਈ। ਪਰ ਹਰ ਥਾਂ ਦੇ ਉੱਤੇ ਉਸ ਨੂੰ ਨਾ ਹੀ ਮਿਲੀ ਤੇ ਹੋਰ ਗੱਲਾਂ ਸੁਣਨ ਨੂੰ ਮਿਲੀਆਂ। ਹੁਣ ਉਹ ਕਿੱਥੇ ਜਾਂਦਾ? ਉਸ ਦੀ ਪਤਨੀ ਹੌਲੀ-ਹੌਲੀ ਮਰ ਰਹੀ ਸੀ। ਘਰ ਦੇ ਵਿੱਚ ਖਾਣ ਦੇ ਲਈ ਰੋਟੀ ਨਹੀਂ ਸੀ। ਰਿਸ਼ਤੇਦਾਰ ਤੇ ਗੁਆਂਢੀ ਸਾਥ ਛੱਡ ਰਹੇ ਸੀ। ਕਰਮ ਸਿੰਘ ਨੇ ਦੱਸਿਆ ਕਿ ਇੱਕ ਦਿਨ ਮੇਰੀ ਪਤਨੀ ਬਹੁਤ ਬਿਮਾਰ ਹੋ ਗਈ, ਪਰ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਮਰਨ ਦੀ ਅਰਦਾਸ ਗੁਰਦੁਆਰਾ ਸਾਹਿਬ ਕਰਕੇ ਆਓ। ਮੈਂ ਤੁਹਾਨੂੰ ਸਾਰਿਆਂ ਨੂੰ ਹੋਰ ਤੰਗ ਨਹੀਂ ਕਰਨਾ ਚਾਹੁੰਦੀ। ਉਸ ਦੀ ਇਹ ਗੱਲ ਸੁਣ ਕੇ ਮੈਂ ਗੁਰਦੁਆਰਾ ਸਾਹਿਬ ਤੇ ਗਿਆ, ਪਰ ਆਪਣੀ ਪਤਨੀ ਦੀ ਮੌਤ ਦੀ ਅਰਦਾਸ ਕਰਨ ਦੇ ਲਈ ਨਹੀਂ, ਸਗੋਂ ਗੁਰੂ ਸਾਹਿਬ ਦੇ ਕੋਲੋਂ ਸਵਾਲ ਪੁੱਛਣ ਦੇ ਲਈ। ਮੈਂ ਗੁਰਦੁਆਰਾ ਸਾਹਿਬ ਪਹੁੰਚਿਆ, ਉੱਥੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਗੁਰੂ ਸਾਹਿਬ, ਮੈਂ ਤੇ ਮੇਰੀ ਪਤਨੀ ਮਰ ਰਹੇ ਹਾਂ। ਅੱਜ ਮੈਨੂੰ ਪੈਸਿਆਂ ਦੀ ਲੋੜ ਹੈ। ਤੁਹਾਡੇ ਦਰ ਦੇ ਉੱਤੇ ਲੱਖਾਂ ਰੁਪਇਆ ਚੜ੍ਹਦਾ ਹੈ। ਤੁਹਾਨੂੰ ਤਾਂ ਇਸ ਦੀ ਲੋੜ ਨਹੀਂ, ਪਰ ਮੈਨੂੰ ਅੱਜ 1-1 ਰੁਪਏ ਦੀ ਲੋੜ ਹੈ ਤੇ ਮੈਨੂੰ ਹਰ ਕੋਈ ਬੰਦਾ ਨਾ ਹੀ ਦੇ ਰਿਹਾ ਹੈ। ਮੈਂ ਹੁਣ ਕਿੱਥੇ ਜਾਵਾਂ ਤੇ ਕੀ ਕਰਾਂ? ਕਰਮ ਸਿੰਘ ਨੇ ਦੱਸਿਆ ਕਿ ਮੈਂ ਇੰਨਾ ਕਹਿ ਕੇ ਮੱਥਾ ਟੇਕਿਆ ਤੇ ਮੁੜਨ ਲੱਗਿਆ ਤਾਂ ਮੈਂ ਦੇਖਿਆ ਕਿ ਗੋਲਕ ਦੇ ਉੱਪਰ ਇੱਕ ਸਫੇਦ ਰੰਗ ਦਾ ਲਿਫਾਫਾ ਪਿਆ ਹੋਇਆ ਸੀ। ਮੈਂ ਉਸ ਨੂੰ ਦੇਖਿਆ ਤਾਂ ਚੁੱਕਿਆ। ਉਸ ਦੇ ਵਿੱਚ ਪੈਸੇ ਸੀ। 2-2 ਹਜ਼ਾਰ ਰੁਪਏ ਦੇ ਨੋਟ ਸੀ। ਕਰੀਬ 2-3 ਲੱਖ ਰੁਪਇਆ ਹੋਵੇਗਾ। ਮੈਂ ਪਹਿਲਾਂ ਤਾਂ ਉਸ ਨੂੰ ਗੋਲਕ ਦੇ ਉੱਤੇ ਹੀ ਰੱਖ ਦਿੱਤਾ, ਪਰ ਆਪਣੀ ਮਜਬੂਰੀ ਦੇ ਸਾਹਮਣੇ ਮੈਂ ਹਾਰ ਗਿਆ। ਮੈਨੂੰ ਲੱਗਿਆ ਕਿ ਪਰਮਾਤਮਾ ਮੈਨੂੰ ਰਾਹ ਦਿਖਾ ਰਿਹਾ ਹੈ ਤੇ ਮੈਂ ਹੀ ਠੋਕਰ ਮਾਰ ਰਿਹਾ ਹਾਂ। ਗੁਰੂ ਸਾਹਿਬ ਨੇ ਜਵਾਬ ਤਾਂ ਦੇ ਦਿੱਤਾ, ਸ਼ਾਇਦ ਮੈਨੂੰ ਹੀ ਸਮਝ ਨਹੀਂ ਲੱਗ ਰਿਹਾ ਸੀ। ਮੈਂ ਦੁਬਾਰਾ ਪਿੱਛੇ ਮੁੜਿਆ ਤੇ ਉਹ ਲਿਫਾਫਾ ਚੁੱਕ ਲਿਆ ਅਤੇ ਜੇਬ ਦੇ ਵਿੱਚ ਪਾ ਕੇ ਘਰ ਆ ਗਿਆ। ਪੈਸਾ ਤਾਂ ਮੈਂ ਲੈ ਆਇਆ, ਪਰ ਅੰਦਰ ਡਰ ਹੀ ਸੀ ਕਿ ਮੈਂ ਚੋਰੀ ਕੀਤੀ ਹੈ, ਮੈਨੂੰ ਪਾਪ ਲੱਗੇਗਾ। ਲੋਕਾਂ ਵਾਂਗ ਚੋਰੀਆਂ ਕਰਦਿਆਂ ਕਰਦੇ ਕਿਤੇ ਮੈਂ ਅੰਨਾ ਹੀ ਨਾ ਹੋ ਜਾਵਾਂ। ਪਰ ਮੇਰੀ ਪਤਨੀ ਦੇ ਦੁੱਖ ਅੱਗੇ ਮੈਨੂੰ ਸਭ ਕੁਝ ਭੁੱਲ ਗਿਆ।
ਮੈਂ ਉਸ ਨੂੰ ਹਸਪਤਾਲ ਲੈ ਕੇ ਗਿਆ ਤੇ ਉਸ ਦਾ ਇਲਾਜ ਕਰਵਾਇਆ। ਕਰੀਬ 2 ਹਫ਼ਤੇ ਉਸ ਦਾ ਇਲਾਜ ਚੱਲਿਆ ਅਤੇ ਮੇਰਾ 1.5 ਲੱਖ ਰੁਪਇਆ ਖਰਚ ਆਇਆ। ਹੁਣ ਉਸ 3 ਲੱਖ ਦੇ ਵਿੱਚੋਂ ਮੇਰਾ 1.5 ਲੱਖ ਰੁਪਇਆ ਖਰਚ ਹੋ ਚੁੱਕਿਆ ਸੀ ਤੇ 1.5 ਲੱਖ ਰੁਪਇਆ ਮੇਰੇ ਕੋਲੋਂ ਬਚ ਗਿਆ। ਮੇਰੇ ਅੰਦਰ ਇੱਕ ਹੋਰ ਵੀ ਡਰ ਸੀ ਕਿ ਕੈਮਰੇ ਦੇ ਵਿੱਚ ਮੇਰੀ ਚੋਰੀ ਦਾ ਹੁਣ ਤੱਕ ਪਤਾ ਲੱਗ ਗਿਆ ਹੋਵੇਗਾ ਅਤੇ ਪਿੰਡ ਦੇ ਵਿੱਚ ਪੁਲਿਸ ਮੈਨੂੰ ਫੜਨ ਦੇ ਲਈ ਤਿਆਰ ਵੀ ਹੋਵੇਗੀ। ਸੋ 15 ਦਿਨਾਂ ਦੇ ਬਾਅਦ ਮੈਂ ਪਿੰਡ ਆਇਆ। ਮੇਰੀ ਪਤਨੀ ਠੀਕ ਸੀ, ਪਰ ਜਦੋਂ ਮੈਂ ਪਿੰਡ ਦੇ ਵਿੱਚ ਆਇਆ ਤਾਂ ਕੋਈ ਵੀ ਗੱਲ ਨਹੀਂ ਹੋਈ। ਕਿਸੇ ਨੇ ਵੀ ਪੈਸੇ ਚੋਰੀ ਦੀ ਗੱਲ ਨਹੀਂ ਕੀਤੀ। ਸਭ ਕੁਝ ਨਾਰਮਲ ਹੀ ਸੀ। ਸੋ 10 ਦਿਨ ਇੰਜ ਹੀ ਬੀਤ ਗਏ, ਕੋਈ ਵੀ ਗੱਲ ਨਹੀਂ ਹੋਈ। ਤੇ ਫਿਰ ਮੈਂ 11ਵੇਂ ਦਿਨ ਉਹ ਬਚੇ ਹੋਏ ਪੈਸੇ ਵਾਪਸ ਗੁਰਦੁਆਰਾ ਸਾਹਿਬ ਚੜਾਉਣ ਗਿਆ। ਜਦੋਂ ਉਹ ਪੈਸੇ ਮੈਂ ਗੁਰਦੁਆਰਾ ਸਾਹਿਬ ਰੱਖਣ ਗਿਆ ਤਾਂ ਅਚਾਨਕ ਹੀ ਮੈਨੂੰ ਇੱਕ ਆਵਾਜ਼ ਆਈ ਕਿ ਇਹ ਪੈਸੇ ਤੂੰ ਵਾਪਸ ਹੀ ਲੈ ਜਾ, ਇਸ ਨੂੰ ਕਿਸੇ ਕਾਰੋਬਾਰ ਦੇ ਵਿੱਚ ਲਗਾ ਦੇ ਤੇ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਜ਼ਰੂਰ ਕੱਢਿਆ ਕਰ। ਇਹ ਆਵਾਜ਼ ਸੁਣ ਕੇ ਮੈਂ ਡਰ ਗਿਆ ਤੇ ਵਾਪਸ ਘਰ ਆ ਗਿਆ। ਕੁਝ ਕੁ ਦਿਨਾਂ ਬਾਅਦ ਮੈਂ 50,000 ਰੁਪਏ ਦੇ ਨਾਲ ਸਬਜ਼ੀ ਦਾ ਕੰਮ ਸ਼ੁਰੂ ਕੀਤਾ ਤੇ ਆਪਣੀ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਦਸਵੰਧ ਕੱਢਣਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਕੰਮ ਮੈਂ ਵਧਾ ਲਿਆ ਤੇ ਹੁਣ ਮੇਰਾ ਪਰਿਵਾਰ ਖੁਸ਼ ਹੈ। ਕਰਮ ਸਿੰਘ ਦਾ ਕਹਿਣਾ ਹੈ ਕਿ ਇੱਕੋ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਪੈਸੇ ਚੁੱਕ ਕੇ ਮੈਂ ਠੀਕ ਕੀਤਾ ਜਾਂ ਗਲਤ, ਕਿ ਉਸ ਨੂੰ ਚੋਰੀ ਕਿਹਾ ਜਾਵੇਗਾ ਜਾਂ ਫਿਰ ਪਰਮਾਤਮਾ ਦੀ ਕਿਰਪਾ। ਇਸ ਗੱਲ ਦਾ ਜਵਾਬ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ।